गुरु का बख्शिया फतेह दा नारा करिए बुलंद गज के आखिए जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। सतनाम श्री वाहिगुरु साहिब जी। गुर शब्द दृढ़ावै रंग स्यो बिन कृपा लया न जाए। जे सोई अमृत नीरिय भी बिख फल लागै ताए। से जन सच्चे निर्मले जिन सतगुर नाल प्यार। सतगुर का पाना कमावंदे बिख होमै तज विकार। वाहिगुरु जी का खालसा वाहिगुरु जी की फतेह। ये पवित्र बचन निमाणियां दे मान निताणियां दे तान सतगुरु तीजे पातशाह श्री गुरु अमरदास महाराज जी दे उचारण कीते होए हन, जो श्री ग्रंथ साहिब जी दे पवित्र अंग 65 उपर सुभाएमान हन। सतगुरु पातशाह जी बख्शिश करते हैं कि सानू हौमे हंकार आदि विकारां दा त्याग करके उस परिपूर्ण परमेश्वर परमात्मा नाल जुड़ना चाहिए। ते जो लोग अपने आप नूं धर्मी अखवाउंदे आ पर हंकार नहीं छड्डदे, विकारां दा खात्मा नहीं करते, अपने जीवन नूं बदलते नहीं, दिशा नहीं बदलते, गुरमत अनुसार नहीं चलते। पातशाह जी कहते उन्हां नूं धर्मी अखवाउण दा जां धर्मी होण दा विखावा करन दा कोई फायदा नहीं होना। सगल धर्म है श्रेष्ठ धर्म हर को नाम जप निर्मल कर्म। ये दो लक्षण बड़े जरूरी है। चंगे कर्म करने और हरि का सिमरन करना। जे सिमरन भी करता है तो काम माड़े है तां भी ठीक नहीं। जे संसार दे विच तरह तरह के धार्मिक काम करता है पर सिमरन नहीं करता तां भी अधूरा है, क्योंकि दो खंभ हन मनुख दे, सेवा ते सिमरन। जिवें पंछी दो खंभां नाल उड़दा है, इसे तरह ही ये रूह परमेश्वर विच मिल सकती है, सेवा ते सिमरन दोने काम करके। सतगुरु पातशाह जी अगले चौथे पदे विच कह रहे सी, गुरु किरपा करदा है, शब्द दी दात बख्शदा है, पर उसनूं प्राप्त कोई विरला विरला ही करदा है। ते जिहड़े प्राप्त कर लैंदे आ उन्हां दा हिरदा विन्हिया जांदा है, गुरु चरनां नाल जुड़ जांदा है। कबीर सतगुर सूरमै बाहिया बाण जो एक, लागत ही पोए गिर परा परा करेजे शेक। जिन्हां ने गुरु दे शब्द नूं अपने हिरदे विच रखना कीता, उन्हां दे गुरु किरपा हो गई। शेक भाव किरपा हो गई। उन्हां दे हिरदे विच गुरु दा बख्शिया शब्द वस गया। सतगुरु पातशाह जी बख्शिश करते हैं, गुर शब्द दृढ़ावै रंग स्यों बिन किरपा लया न जाए।
ਗੁਰੂ ਦੀ ਕਿਰਪਾ ਦੇ ਨਾਲ ਹੀ ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸਦਾ, ਅਤੇ ਕਿਰਪਾ ਲੈਣ ਵਾਸਤੇ ਸਾਨੂੰ ਗੁਰੂ ਦਾ ਹੁਕਮ ਮੰਨਣਾ ਪੈਂਦਾ। ਅਤੇ ਜਿਸ ਤਰ੍ਹਾਂ ਭਾਈ ਲਹਿਣਾ ਜੀ ਨੇ, ਭਾਵ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਬਚਨ ਮੰਨੇ, ਉਹਨਾਂ ਨੇ ਉਹਨਾਂ ਦੇ ਹਰ ਬਚਨ ਨੂੰ ਸਤ ਬਚਨ ਕਿਹਾ, ਭਾਵੇਂ ਉਹਨਾਂ ਨੇ ਕੁਛ ਵੀ ਕਿਹਾ, ਚਾਹੇ ਅੱਧੀ ਰਾਤ ਨੂੰ ਦਿਨ ਚੜ੍ਹਿਆ ਕਹਿ ਦਿੱਤਾ, ਚਾਹੇ ਦਰਖਤ ਦੇ ਮਠਿਆਈਆਂ ਕਹਿ ਦਿੱਤਾ ਲੱਗੀਆਂ ਹਨ, ਪਰ ਉਹਨਾਂ ਨੇ ਉਸ 'ਤੇ ਤਰਕ ਨਹੀਂ ਕੀਤਾ। ਸਤ ਬਚਨ ਜਦ ਕਿਹਾ ਤੇ ਉਹਨਾਂ 'ਤੇ ਕਿਰਪਾ ਹੋ ਗਈ, ਗੁਰੂ ਖੁਸ਼ ਹੋ ਗਿਆ, ਕਿਰਪਾ ਹੋ ਗਈ। ਗੁਰ ਸ਼ਬਦ ਡਾਵੈ ਰੰਗ ਸਿਓ, ਬਿਨ ਕਿਰਪਾ ਲਿਆ ਨ ਜਾਏ, ਜੇ 100 ਅੰਮ੍ਰਿਤ ਨੀਰੀ ਹੈ। ਭੀ ਬਿਖਫਲ ਲਾਗੈ ਧਾਏ, ਮਨਮੁਖ ਤੇ ਅਸਰ ਨਹੀਂ ਹੁੰਦਾ, ਮਨਮੁਖ ਤੇ ਕਿਰਪਾ ਨਹੀਂ ਹੁੰਦੀ, ਜਿੰਨਾ ਚਿਰ ਉਹ ਆਪਣੀ ਮਨ ਦੀ ਮੱਤ ਨਹੀਂ ਛੱਡਦਾ। ਕਿਉਂਕਿ ਮਨਮਤ ਛੱਡ ਕੇ ਹੀ ਗੁਰਮਤ ਗ੍ਰਹਿਣ ਹੋਣੀ ਆ, ਮਨਮਤ ਛੱਡ ਕੇ ਹੀ ਗੁਰਮਤ ਦੀ ਕਿਰਪਾ ਹੋਣੀ ਆ, ਗੁਰੂ ਦੀ ਮੱਤ ਹਿਰਦੇ 'ਚ ਵਸਣੀ ਆ। ਜਿਵੇਂ ਆਮ ਕਹਾਵਤ ਹੈ ਕਿ ਇੱਕ ਮਿਆਨ ਵਿੱਚ 2 ਤਲਵਾਰਾਂ ਨਹੀਂ ਪੈਂਦੀਆਂ, ਉਸੇ ਤਰ੍ਹਾਂ ਹੀ ਇੱਕ ਸਰੀਰ ਵਿੱਚ, ਇੱਕ ਹਿਰਦੇ ਵਿੱਚ 2 ਮੱਤਾਂ ਨਹੀਂ ਰਹਿ ਸਕਦੀਆਂ। ਤੇ ਜਿਹੜਾ 2 ਮੱਤਾਂ ਨੂੰ ਰੱਖਣਾ ਚਾਹੁੰਦਾ ਉਹ ਦੁਬਿਧਾ 'ਚ ਰਹਿੰਦਾ, ਭਟਕਦਾ ਰਹਿੰਦਾ। ਜਿਵੇਂ ਕੋਈ ਖੰਡ ਦਾ ਘੋਲ ਬਣਾ ਕੇ ਤੁੰਮੇ ਦੇ ਪੌਦੇ ਦੀ ਜੜ ਵਿੱਚ ਰੋਜ਼ ਪਾਉਂਦਾ ਰਹੇ ਤਾਂ ਉਹ ਕਦੇ ਵੀ ਮਿੱਠਾ ਨਹੀਂ ਹੁੰਦਾ। ਜਿਹੜਾ ਤੁੰਮਾ ਹੈ ਉਹ ਆਪਣਾ ਸੁਭਾਅ ਨਹੀਂ ਬਦਲਦਾ, ਉਹਨੇ ਕੌੜਾ ਹੀ ਰਹਿਣਾ। ਇਸੇ ਤਰ੍ਹਾਂ ਮਨਮੁਖ ਜਿਹੜਾ ਹੈ ਉਹ ਆਪਣਾ ਸੁਭਾਅ ਨਹੀਂ ਬਦਲਦਾ, ਆਪਣੀ ਆਦਤ ਨਹੀਂ ਬਦਲਦਾ, ਤਾਂ ਤੇ ਉਹਦੇ ਉੱਤੇ ਅੰਮ੍ਰਿਤ ਦਾ ਵੀ ਕੋਈ ਅਸਰ ਨਹੀਂ ਹੋਣਾ। ਇਸ ਕਰਕੇ ਕੀ ਕਰੀਏ ਫਿਰ? ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਲੈਣ ਵਾਸਤੇ ਗੁਰੂ ਦੇ ਨਾਲ ਪਿਆਰ ਕੀਤਾ, ਗੁਰੂ ਦੇ ਪ੍ਰੇਮ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕੀਤਾ, ਗੁਰੂ ਦੀ ਗੱਲ ਮੰਨੀ, ਆਪਣੇ ਗੁਰੂ ਨੂੰ ਸਰਬ ਕਲਾ ਸਮਰੱਥ ਜਾਣਿਆ ਔਰ ਮੰਨਿਆ। ਜਿਵੇਂ ਸਤਿਗੁਰੂ ਅਮਰਦਾਸ ਜੀ, ਹੁਣ ਉਹਨਾਂ ਦੀ ਉਮਰ 60-65 ਸਾਲ ਹੈ ਤੇ ਸਤਿਗੁਰੂ ਅੰਗਦ ਦੇਵ ਜੀ ਦੀ ਉਮਰ ਉਸ ਵੇਲੇ ਉਹਨਾਂ ਤੋਂ ਅੱਧੀ, ਪਰ ਉਹਨਾਂ ਨੇ ਉਹਨਾਂ ਨੂੰ ਸ਼ਕਤੀਆਂ ਦੇ ਮਾਲਕ ਜਾਣ ਕੇ ਆਪਣੇ ਤੋਂ ਵੱਡਾ ਹੀ ਮੰਨਿਆ। ਜੇ ਗੁਰੂ ਮੰਨ ਲਿਆ ਤੇ ਫਿਰ ਉੱਥੇ ਉਮਰ ਦਾ, ਸਰੀਰ ਦਾ ਤਕਾਜ਼ਾ ਨਹੀਂ ਵੇਖਿਆ ਜਾਂਦਾ ਵੀ ਇਹ ਵੱਡਾ ਹੈ ਕਿ ਛੋਟਾ, ਕਿਉਂਕਿ ਜਿਹੜੀ ਇਹ ਪਾਵਰ ਹੈ ਨਾ, ਇਹ 2-2.5 ਸਾਲ ਦੇ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਵਿੱਚ ਵੀ ਵਰਤੀ ਆ। ਉੱਥੋਂ ਵੀ ਇਸ ਗੁਰਮਤਿ ਦੀ ਸ਼ਕਤੀ ਨੇ ਕੰਮ ਕੀਤਾ ਹੈ। ਤੇ ਇਹ ਪਾਵਰ ਜਿਹੜੀ ਹੈ 65-70 ਸਾਲ ਦੇ ਵੱਡੀ ਉਮਰ ਦੇ ਬਾਬਾ ਗੁਰੂ ਅਮਰਦਾਸ ਜੀ ਵਿੱਚ ਵੀ ਵਰਤੀ ਆ, ਉੱਥੋਂ ਵੀ ਇਸ ਨੇ ਕੰਮ ਕੀਤਾ ਹੈ। ਇਸ ਕਰਕੇ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਪਾਇਆ, ਸੇ ਜਨ ਸੱਚੇ ਨਿਰਮਲੇ, ਉਹ ਜੀਵ ਸੱਚ ਵਾਲੇ ਪਵਿੱਤਰ ਹੋ ਗਏ, ਨਿਰਮਲ ਹੋ ਗਏ, ਜਿਨ੍ਹਾਂ ਦਾ ਸਤਿਗੁਰ ਨਾਲ ਪਿਆਰ ਪੈ ਗਿਆ। ਤੇ ਪਿਆਰ ਕਿਵੇਂ ਬਣੂਗਾ? ਗੁਰੂ ਦੀ ਗੱਲ ਮੰਨ ਕੇ। ਗੁਰੂ ਕਹਿੰਦਾ ਹੈ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਉਹ ਹੀ ਸਾਡਾ ਸਖਾ ਹੈ, ਸਿੱਖ ਹੈ, ਸਾਡਾ ਮਿੱਤਰ ਹੈ, ਜੇ ਸਾਡੀ ਗੱਲ ਮੰਨਦਾ। ਜੇ ਨਹੀਂ ਮੰਨਦਾ ਤੇ ਫਿਰ ਉਹ ਸਾਡਾ ਕੁਛ ਨਹੀਂ ਲੱਗਦਾ।
ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਦੀ ਮਨਮਰਜ਼ੀ ਕਰੇਗਾ ਉਹ ਸਾਥੋਂ ਵਿਛੜ ਕੇ ਦੁਖੀ ਹੋਵੇਗਾ, ਪਰਮੇਸ਼ਰ ਤੋਂ ਵਿਛੜ ਕੇ ਦੁਖੀ ਹੋਵੇਗਾ। ਇਸ ਕਰਕੇ ਜਿਸ ਤਰ੍ਹਾਂ ਕਿਸੇ ਕੋਲੋਂ ਅਸੀਂ ਕੰਮ ਸਿੱਖਦੇ ਹਾਂ ਕਿਸੇ ਵੀ ਤਰ੍ਹਾਂ ਦਾ, ਤਾਂ ਸਾਨੂੰ ਉਸੇ ਦੀ ਗੱਲ ਮੰਨਣੀ ਪੈਣੀ ਆ। ਹੋ ਸਕਦਾ ਸਾਡੀ ਮੱਤ ਕਹਿੰਦੀ ਹੋਵੇ ਵੀ ਇਹ ਠੀਕ ਨਹੀਂ, ਪਰ ਜਿਹਨੇ ਪ੍ਰੈਕਟੀਕਲ ਕੀਤੇ ਆ ਉਹਨੂੰ ਪਤਾ ਕਿ ਇੱਦਾਂ ਹੀ ਹੋਣਾ। ਇਸ ਕਰਕੇ ਜਦੋਂ ਅਸੀਂ ਉਸ ਦੇ ਪ੍ਰੈਕਟੀਕਲ ਨੂੰ ਸੱਤ ਕਰਕੇ ਮੰਨਾਂਗੇ ਤਾਂ ਉਹ ਜਿਹੜੀ ਹੈ ਘਟਨਾ ਸਾਡੇ ਨਾਲ ਵੀ ਘਟ ਸਕਦੀ ਹੈ। ਜਿਹੜੀ ਗੁਰੂਆਂ ਨਾਲ ਘਟੀ, ਭਗਤਾਂ ਨਾਲ ਘਟੀ, ਨਾਮ ਜਪਣ ਵਾਲਿਆਂ ਉੱਤੇ ਜਿਹੜੀ ਘਟਨਾ ਘਟੀ ਉਹ ਸਾਡੇ ਨਾਲ ਵੀ ਘਟ ਸਕਦੀ ਹੈ, ਪਰ ਸ਼ਰਤ ਹੈ ਕਿ ਉਵੇਂ ਕਰਨਾ ਪੈਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਕਾ ਭਾਣਾ ਕਮਾਵੰਦੇ। ਜਦੋਂ ਸਤਿਗੁਰ ਦੇ ਭਾਣੇ ਵਿੱਚ ਆ ਜਾਂਦੇ ਹੈ, ਭਾਵ ਜਿਵੇਂ ਉਹ ਕਰਦਾ ਠੀਕ ਹੀ ਕਰਦਾ ਹੈ। ਇਸ ਗੱਲ ਨੂੰ ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਸੱਤ ਮੰਨ ਲੈਂਦੇ ਹਾਂ, ਜੀਵਨ ਦੇ ਵਿੱਚ ਢਾਲ ਲੈਂਦੇ ਹਾਂ, ਸਤਿਗੁਰ ਦੀ ਗੱਲ ਮੰਨ ਕੇ ਹੀ ਸਾਡੇ ਅੰਦਰੋਂ ਵਿਕਾਰਾਂ ਦਾ ਖਾਤਮਾ ਹੁੰਦਾ ਹੈ। ਹਉਮੈ ਤਜ ਵਿਕਾਰ, ਹੰਗਤਾ ਕਾਮ ਕ੍ਰੋਧ ਹਉਮੈ, ਮੋਹ ਮਮਤਾ ਆਦਿ ਫੇਰ ਹੀ ਨਿਕਲਦੇ ਹਨ ਜਦੋਂ ਗੁਰੂ ਦੀ ਗੱਲ ਮੰਨ ਕੇ ਅਸੀਂ ਉਵੇਂ ਕਰਦੇ ਹਾਂ। ਜਿਸ ਤਰ੍ਹਾਂ ਗੁਰੂ ਪਿਆਰਿਓ ਇੱਕ ਰਿਸ਼ੀ ਹੋਇਆ, ਧੰਨ ਗੁਰੂ ਨਾਨਕ ਦੇਵ ਜੀ ਨੇ ਯਾਤਰਾ ਦੌਰਾਨ ਉਹਨੂੰ ਮਿਲਣਾ ਕੀਤਾ। ਉਹਦਾ ਨਾਮ ਹੈ ਕਾਗ ਪਸੁੰਡ ਰਿਸ਼ੀ। ਕਾਗ ਪਸੁੰਡ। ਜਦੋਂ ਪਾਤਸ਼ਾਹ ਜੀ ਪਹਾੜੀ ਯਾਤਰਾ ਦੌਰਾਨ ਭਗਤ ਧਰੂਪ ਕੋਲ ਗਏ ਆ, ਉਸ ਤੋਂ ਪਹਿਲਾਂ ਉਹਨਾਂ ਨੂੰ ਇੱਕ ਰਿਸ਼ੀ ਮਿਲਿਆ ਕਾਗ ਪਸੁੰਡ। ਕਹਿੰਦੇ ਉਹ ਵਿਚਾਰਾਂ ਸੁਣਾ ਰਹੇ ਆਪਣੇ ਬੰਦਿਆਂ ਨੂੰ, ਆਪਣੇ ਸੰਗੀਆਂ ਸਾਥੀਆਂ ਨੂੰ, ਤੇ ਸਤਿਗੁਰੂ ਪਾਤਸ਼ਾਹ ਭਾਈ ਬਾਲਾ ਮਰਦਾਨਾ ਵੀ ਜਾ ਕੇ ਵਿੱਚ ਬੈਠ ਗਏ। ਤੇ ਕੁਝ ਸਮੇਂ ਦੇ ਬਾਅਦ ਕਹਿੰਦੇ ਉਹਨਾਂ ਦੀ ਸਤਸੰਗ ਦੀ ਸਮਾਪਤੀ ਹੋਈ ਤੇ ਭਾਈ ਬਾਲਾ ਜੀ ਜਾਂ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਕੈਸਾ ਰਿਸ਼ੀ ਹੈ, ਇਹਦਾ ਸਰੀਰ ਕਾਂ ਵਰਗਾ ਤੇ ਚਿਹਰਾ ਇਸ ਤਰ੍ਹਾਂ ਹੈ ਜਿਹੜਾ ਉਹ ਮਨੁੱਖ ਵਰਗਾ, ਇਹਦਾ ਕੀ ਕਾਰਨ ਹੈ? ਪਾਤਸ਼ਾਹ ਜੀ ਕਹਿਣ ਲੱਗੇ, ਆਓ ਇਹਨੂੰ ਪੁੱਛ ਲੈਂਦੇ ਆ। ਜਦ ਪੁੱਛਣਾ ਕੀਤਾ ਉਹ ਕਹਿਣ ਲੱਗਿਆ, ਅਸਲ ਦੇ ਵਿੱਚ ਮੈਂ ਮੰਨਦਾ ਸੀ ਸਰਗੁਣ ਨੂੰ, ਭਾਵ ਸ਼ਿਵ ਜੀ ਦੀ ਭਗਤੀ ਕਰਨ ਵਾਲਾ ਬੰਦਾ ਸੀਗਾ। ਮੈਂ ਸ਼ਿਵ ਜੀ ਨੂੰ ਮੰਨਦਾ ਸੀ ਤੇ ਇੱਕ ਵਾਰੀ ਮੈਨੂੰ ਕੋਈ ਸਤਪੁਰਖ ਮਿਲ ਗਿਆ, ਰੱਬ ਨਾਲ ਜੁੜਿਆ ਹੋਇਆ ਬ੍ਰਹਮ ਗਿਆਨੀ ਮਿਲ ਗਿਆ ਤੇ ਉਹ ਮੈਨੂੰ ਵਿਸ਼ਨੂੰ ਦੀ ਭਗਤੀ ਸਿਖਾਉਣ ਲੱਗਿਆ, ਭਾਵ ਮੈਨੂੰ ਸਰਗੁਣ ਚੋਂ ਨਿਰਗੁਣ ਦੀ ਗੱਲ ਸਿਖਾਉਣ ਲੱਗਿਆ। ਮੈਂ ਸਰਗੁਣ ਦੀ ਭਗਤੀ ਕਰਦਾ ਸੀਗਾ, ਪਰ ਉਹ ਮਹਾਂਪੁਰਸ਼ ਮੈਨੂੰ ਨਿਰਗੁਣ ਦਾ ਗਿਆਨ ਜਦੋਂ ਦੇਣ ਲੱਗਿਆ ਤੇ ਮੈਂ ਉਹਦੀ ਗੱਲ ਨੂੰ ਬਾਰ-ਬਾਰ ਕੱਟ ਦੇਣਾ। ਜਦੋਂ ਮੈਂ ਉਹਦੀ ਗੱਲ ਨਾ ਮੰਨੀ, ਬਾਰ-ਬਾਰ ਉਹਦੀਆਂ ਗੱਲਾਂ ਨੂੰ ਕੱਟ ਕੇ ਬਾਰ-ਬਾਰ ਮੈਂ ਸਰੀਰਕ ਭਗਤੀ ਦੀ ਗੱਲ ਕਰਦਾ ਰਿਹਾ ਤੇ ਉਸ ਦੇ ਮੂੰਹ ਚੋਂ ਨਿਕਲਿਆ, ਜਾ ਯਾਰ ਐਵੇਂ ਕਾਂ ਵਾਂਗੂ ਕਾਂ ਕਰੀ ਜਾਂਦਾ ਤੂੰ, ਜਾਂ ਕਾਂ ਹੋ ਜਾ। ਮੈਂ ਤੈਨੂੰ ਪਰਮੇਸ਼ਰ ਦੀ ਨਿਰਗੁਣ ਭਗਤੀ ਦੀ ਗੱਲ ਸੁਣਾਉਂਦਾ ਸੀ ਤੇ ਤੂੰ ਹਜੇ ਵੀ ਸਰੀਰਾਂ ਦੀ ਗੱਲ ਕਰੀ ਜਾਂਦਾ, ਸਰਗੁਣ ਦੀ ਗੱਲ ਕਰੀ ਜਾਂਦਾ। ਇਹ ਠੀਕ ਹੈ, ਕੁਝ ਸਮੇਂ ਲਈ ਸਰਗੁਣ ਦੇ ਨਾਲ ਜੁੜਨਾ, ਫਿਰ ਉਹ ਸਾਨੂੰ ਨਿਰਗੁਣ ਵਿੱਚ ਲੈ ਕੇ ਜਾਂਦਾ ਹੈ। ਗੁਰੂਆਂ ਨੇ ਵੀ ਇਹੀ ਕੀਤਾ। ਚਾਹੇ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਅੰਗਦ ਦੇਵ ਜੀ ਆਏ, ਉਹਨਾਂ ਨੇ ਉਹਨਾਂ ਦੀ ਭਗਤੀ ਕੀਤੀ, ਪਰ ਉਹਨਾਂ ਨੇ ਉਹਨਾਂ ਨੂੰ ਆਪਦੇ ਸਰੀਰ ਨਾਲ ਜੋੜਨ ਦੀ ਬਜਾਏ ਪਰਮੇਸ਼ਰ ਨਾਲ ਜੋੜਿਆ।
ਇਸੇ ਤਰ੍ਹਾਂ ਹੀ ਉਹ ਕਾਗ ਭਸੁੰਡ ਕਹਿਣ ਲੱਗਿਆ, ਜਦੋਂ ਮੇਰਾ ਗੁਰੂ ਮੈਨੂੰ ਸਰਗੁਣ ਦੀ ਭਗਤੀ, ਨਿਰਗੁਣ ਦੀ ਭਗਤੀ ਦੱਸੇ ਤੇ ਮੈਂ ਅੱਗੋਂ ਸਰਗੁਣ ਦੀ ਗੱਲ ਕਰਾਂ, ਤੇ ਉਸ ਨੇ ਫਿਰ ਮੈਨੂੰ ਇਹ ਜਵਾਬ ਦਿੱਤਾ ਵੀ ਜਾ ਤੂੰ ਐਵੇਂ ਕਾਂ ਵਾਂਗੂ ਕਾਂ ਕਰੀ ਜਾਂਦਾ, ਤੂੰ ਜਾ ਕਾਂ ਬਣੇਗਾ। ਤੇ ਮੈਂ ਕਿਹਾ ਮਹਾਰਾਜ ਤੁਸੀਂ ਇੱਕ ਐਸਾ ਬਚਨ ਕਹਿ ਦਿੱਤਾ, ਮੈਂ ਕਾਂ ਤਾਂ ਹੋ ਜਾਵਾਂਗਾ ਪਰ ਇੱਕ ਕਿਰਪਾ ਹੋਰ ਕਰ ਦਿਓ ਬਈ ਮੈਨੂੰ ਪਿਛਲੇ ਸਾਰੇ ਜਨਮਾਂ ਦਾ ਗਿਆਨ ਰਹਿਣਾ ਚਾਹੀਦਾ। ਔਰ ਕਹਿੰਦੇ ਉਸ ਵੇਲੇ ਫਿਰ ਉਸ ਰਿਸ਼ੀ ਨੇ ਮੇਰੇ ਤੇ ਹੋਰ ਕਿਰਪਾ ਕੀਤੀ, ਇੱਕ ਮੈਨੂੰ ਕਹਿੰਦਾ ਤੂੰ ਰਹੇਗਾ ਵੀ, ਸਾਰੇ ਪਿਛਲੇ ਜਨਮਾਂ ਦਾ ਗਿਆਨ ਵੀ ਤੈਨੂੰ ਰਹੂਗਾ ਤੇ ਤੂੰ ਮਰੇਗਾ ਵੀ ਆਪਦੀ ਮਰਜ਼ੀ ਨਾਲ। ਜਦੋਂ ਤੇਰਾ ਇਰਾਦਾ ਹੋਇਆ ਤੂੰ ਉਦੋਂ ਸਰੀਰ ਨੂੰ ਛੱਡੇਗਾ, ਜੇ ਨਾ ਇਰਾਦਾ ਹੋਇਆ ਤੇ ਨਾ ਛੱਡੀ। ਕਹਿਣ ਲੱਗਿਆ ਉਸ ਦਿਨ ਤੋਂ ਬਾਅਦ ਫਿਰ ਮੈਨੂੰ ਅਗਲਾ ਜਨਮ ਜਿਹੜਾ ਇਹ ਕਾਗ ਭਸੁੰਡ ਦਾ ਮਿਲਿਆ। ਇਹ ਕਾਗ ਭਸੁੰਡ ਦੇ ਜਨਮ ਦੇ ਵਿੱਚ ਮੈਂ ਇੱਥੇ ਬੈਠਾ ਹਾਂ ਤੇ ਭਾਈ ਬਾਲਾ ਜੀ ਕਹਿੰਦੇ ਤੁਸੀਂ ਕਿੰਨੀ ਕੁ ਵਾਰੀ ਪਰਲੋਂ ਦੇਖੀ? ਪੁੱਛਿਆ ਤੁਹਾਡੀ ਉਮਰ ਕਿੰਨੀ ਹੈ? ਕਹਿੰਦਾ ਪਤਾ ਹੀ ਨਹੀਂ ਕਿੰਨੀ ਹੈ, ਮੈਨੂੰ ਆਪ ਯਾਦ ਚੇਤੇ ਨਹੀਂ ਕਿੰਨੀ ਉਮਰ ਹੈ। ਮੇਰੇ ਜੀਵਨ 'ਚ ਕਈ ਪਰਲੋਆਂ ਤੇ ਕਈ ਉਤਪਤੀਆਂ ਹੋ ਗਈਆਂ, ਕਿਉਂਕਿ ਦੁਨੀਆ ਖਤਮ ਹੁੰਦੀ ਹੈ ਉਹਨੂੰ ਪਰਲੋ ਕਹਿੰਦੇ ਆ, ਦੁਬਾਰਾ ਪੈਦਾ ਹੁੰਦੀ ਹੈ ਉਹਨੂੰ ਉਤਪਤੀ ਕਹਿੰਦੇ ਆ। ਭਾਈ ਬਾਲਾ ਜੀ ਕਹਿਣ ਲੱਗੇ ਠੀਕ ਆ, ਤੁਹਾਡੇ ਜੀਵਨ ਦੇ ਵਿੱਚ ਕਈ ਬਦਲਾਅ ਆਏ ਤੇ ਫਿਰ ਤੁਸੀਂ ਬਚੇ ਕਿਵੇਂ? ਉਹ ਕਹਿਣ ਲੱਗਿਆ ਕਿ ਜਿਹੋ ਜੀ ਪਰਲੋਂ ਆਉਂਦੀ ਹੈ ਮੈਂ ਉਹੋ ਜਿਹਾ ਹੀ ਹੋ ਜਾਣਾ ਤੇ ਫਿਰ ਇਸੇ ਰੂਪ 'ਚ ਆ ਜਾਣਾ। ਇਸ ਕਰਕੇ ਗੁਰੂ ਪਿਆਰਿਓ, ਭਾਵੇਂ ਕਿ ਬਹੁਤ ਵੱਡਾ ਰਿਸ਼ੀ ਬਣ ਗਿਆ ਪਰ ਗੁਰੂ ਦੀ ਗੱਲ ਬਾਰ-ਬਾਰ ਕੱਟਣ ਵਾਸਤੇ ਇਹਨੂੰ ਕਾਗ ਭਸੁੰਡ ਦਾ ਜੀਵਨ ਧਾਰਨ ਕਰਨਾ ਪਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਤਿਗੁਰ ਦੀ ਗੱਲ ਮੰਨਦੇ ਨੇ ਉਹ ਆਪਣੇ ਅੰਦਰੋਂ ਆਪਣੀ ਮਨਮਤ ਛੱਡ ਦਿੰਦੇ ਨੇ। ਸਤਿਗੁਰ ਕਾ ਭਾਣਾ ਕਮਾਵੰਦੇ ਬਿਖ ਹਉਮੈ ਤਜ ਵਿਕਾਰ, ਆਪਣੇ ਅੰਦਰੋਂ ਆਪਣੇ ਵਿਕਾਰਾਂ ਨੂੰ ਛੱਡ ਕੇ, ਜ਼ਹਿਰ ਨੂੰ ਛੱਡ ਕੇ, ਈਰਖਾ ਦੁਈ ਦਵੈਤ ਨੂੰ ਕੱਢ ਕੇ ਹੀ ਗੁਰੂ ਦੇ ਵਿੱਚ ਮਿਲ ਸਕਦੇ ਆ। ਜਿਨ੍ਹਾਂ ਨੇ ਇਹ ਛੱਡ ਦਿੱਤਾ ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ, ਉਹ ਸੱਚੇ ਹੋ ਗਏ, ਉਹ ਨਿਰਮਲ ਹੋ ਗਏ। ਜਿਨ੍ਹਾਂ ਨੇ ਗੁਰੂ ਦੇ ਨਾਲ ਗੁਰੂ ਦੀ ਗੱਲ ਮੰਨ ਕੇ ਪਿਆਰ ਪਾਉਣਾ ਕੀਤਾ। ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਮਨ ਹੱਠ ਕੀਤਾ ਉਪਾਏ ਨ ਛੁੱਟੀਐ। ਜੇ ਕੋਈ ਧੱਕੇ ਨਾਲ ਕਹੇ ਬਈ ਮੈਂ ਕਰ ਲੂੰਗਾ, ਉਹ ਨਹੀਂ ਛੁੱਟ ਸਕਦਾ। ਕੋ ਸਤਨਾਮ ਸ੍ਰੀ। ਜੇ ਕੋਈ ਕਹੇ ਨਾ ਮੇਰੇ 'ਚ ਤਾਕਤ ਬੜੀ ਹੈ, ਰਾਵਣ ਵਰਗਿਆਂ ਨੇ ਜ਼ੋਰ ਲਾਇਆ, ਕਾਲ ਨੂੰ ਪਾਵੇ ਨਾਲ ਬੰਨ੍ਹ ਲਿਆ, ਮੌਤ ਨੂੰ ਮਾਰਨ ਵਾਲਾ ਰਾਵਣ ਜਿਹੜਾ ਕਹਿੰਦਾ ਸੀ ਮੈਂ ਬਸ ਹੁਣ ਮੌਤ ਨੂੰ ਮਾਰ ਹੀ ਦੇਣਾ, ਤੇ ਅਖੀਰ ਮੌਤ ਉਹਨੂੰ ਮਾਰ ਗਈ। ਮਨ ਹੱਠ, ਮਨ ਦੀ ਜਿੱਦ ਕਰਕੇ। ਤੇ ਮਨ ਹੱਠ ਕੌਣ ਕਰਦਾ ਹੈ? ਜਿਹੜਾ ਗੱਲ ਨਹੀਂ ਮੰਨਦਾ, ਜਿਹੜਾ ਗੁਰੂ ਦੀ ਗੱਲ ਨੂੰ ਬਾਰ-ਬਾਰ ਕੱਟਦਾ ਹੈ, ਉਹ ਆਪਣੀ ਮਨਮਤ ਕਰਦਾ ਹੈ, ਮਨ ਦਾ ਹੱਠ ਕਰਦਾ ਹੈ, ਉਹ ਕਦੇ ਵੀ ਮੁਕਤ ਨਹੀਂ ਹੋ ਸਕਦਾ, ਕਦੇ ਵੀ ਪਰਮੇਸ਼ਰ ਵਿੱਚ ਮਿਲ ਨਹੀਂ ਸਕਦਾ। ਜਿਹੜਾ ਗੁਰੂ ਦੀ ਗੱਲ ਨੂੰ ਬਾਰ-ਬਾਰ ਕੱਟਦਾ ਹੈ। ਔਰ ਪਾਤਸ਼ਾਹ ਕਹਿੰਦੇ ਇਸ ਵਿਸ਼ੇ ਦੀਆਂ ਅਨੇਕਾਂ ਉਦਾਹਰਨਾਂ ਤੁਸੀਂ ਸਿਮਰਤੀਆਂ, ਸ਼ਾਸਤਰਾਂ, ਵੇਦਾਂ, ਪੁਰਾਣਾਂ 'ਚੋਂ ਵੀ ਲੈ ਸਕਦੇ ਹੋ, ਪੜ੍ਹ ਸਕਦੇ ਹੋ। ਮਨ ਹੱਠ ਕੀਤਾ ਉਪਾਏ ਨ ਛੁੱਟੀ ਹੈ। ਜਿਸ ਤਰ੍ਹਾਂ ਜਪਜੀ ਸਾਹਿਬ ਜੀ ਦੀਆਂ ਪਹਿਲੀਆਂ ਪੌੜੀਆਂ ਵਿੱਚ ਹੀ ਲਿਖਿਆ, ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨ ਚੱਲੈ ਨਾਲ। ਉੱਥੇ ਸਾਰੀਆਂ ਹੀ ਸੰਸਾਰ ਦੀਆਂ ਮਨ ਹੱਠ ਦੀਆਂ ਗੱਲਾਂ, ਹੱਠ ਯੋਗ ਦੀਆਂ ਗੱਲਾਂ, ਹੱਠ ਭਗਤੀ ਦੀਆਂ ਗੱਲਾਂ ਕੱਟੀਆਂ ਬਾਬੇ ਨਾਨਕ ਨੇ। ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ,
ਸੋਚੈ ਭਾਵ ਸੁੱਚਤਾ, ਪਵਿੱਤਰਤਾ। ਜੇ ਕੋਈ ਕਹੇ ਕਿ ਮੈਂ ਸ਼ਾਇਦ ਸੁੱਚਤਾ ਰੱਖ ਕੇ ਹੀ ਰੱਬ ਨੂੰ ਪਾ ਲਵਾਂਗਾ, ਕਿਵੇਂ ਸੁੱਚਤਾ ਹੋਵੇਗੀ? ਸਾਡੇ ਸਰੀਰ ਦੇ ਜਿਹੜੇ ਦੁਆਰੇ ਹਨ, ਇਹਨਾਂ ਸਾਰਿਆਂ ਵਿੱਚ ਹੀ ਮੈਲ ਆਉਂਦੀ ਆ। ਕੰਨਾਂ 'ਚ ਮੈਲ ਭਰਦੀ ਹੈ, ਨਾਸਾਂ 'ਚ ਮੈਲ ਭਰਦੀ ਹੈ, ਅੱਖਾਂ ਵਿੱਚ ਗਿੱਡ ਆਉਂਦੀ ਹੈ, ਅੰਦਰੋਂ ਮੈਲ ਬਾਹਰ ਨੂੰ ਨਿਕਲ ਰਹੀ ਹੈ। ਤੁਸੀਂ ਬਾਹਰੋਂ ਧੋ ਲਓਗੇ, ਅੰਦਰੋਂ ਫਿਰ ਬਾਹਰ ਆ ਜਾਂਦੀ ਹੈ ਗਿੱਡ। ਮੈਲ ਆਦਿ ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਨੇ ਇਹ ਸੁੱਚਤਾ ਨੂੰ ਨਹੀਂ ਮੰਨਿਆ। ਭਾਵੇਂ ਕਿ ਮਨੁੱਖ ਨੂੰ ਇਸ਼ਨਾਨ ਕਰਨਾ ਆਦਿ ਚਾਹੀਦਾ, ਬਸਤਰ ਧੋਤੇ ਪਾਉਣੇ ਚਾਹੀਦੇ ਆ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਹੋ ਧੋਏ। ਇਹ ਤਿੰਨ ਚੀਜ਼ਾਂ ਦੀ ਸੁੱਚਤਾ ਕਰਕੇ ਪਾਤਸ਼ਾਹ ਕਹਿੰਦੇ ਜੇ ਬੰਦਾ ਮੱਤ ਨੂੰ ਸਾਫ਼ ਨਹੀਂ ਕਰਦਾ ਤੇ ਤਿੰਨੇ ਮੈਲੀਆਂ। ਭਰੀਐ ਮਤ ਪਾਪਾਂ ਕੈ ਸੰਗੋ ਧੋਪੈ, ਨਾਵੈ ਕੇ ਰੰਗ। ਜੇ ਨਾਮ ਨਾਲ ਨਹੀਂ ਜੁੜਦਾ ਤੇ ਫਿਰ ਇਹਨਾਂ ਤਿੰਨਾਂ ਨੂੰ ਵੀ ਸਾਫ਼ ਕਰਨ ਦਾ ਫਾਇਦਾ ਨਹੀਂ ਹੈ। ਤਾਂ ਤੇ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਜੇ ਕੋਈ ਲੱਖਾਂ ਵਾਰੀ ਤੀਰਥਾਂ ਦਾ ਇਸ਼ਨਾਨ ਕਰ ਲਵੇ ਤਾਂ ਵੀ ਪਵਿੱਤਰ ਨਹੀਂ ਹੋ ਸਕਦਾ। ਚੁੱਪੈ ਚੁੱਪ ਨਾ ਹੋਵੇ। ਹੁਣ ਜੇ ਕੋਈ ਕਹਿੰਦਾ ਹੈ, ਜਿਵੇਂ ਇੱਕ ਮੋਨੀ ਸਾਧ ਹਨ, ਮੂੰਹ ਪੱਟੀ ਬੰਨ੍ਹ ਕੇ ਰੱਖਣ ਵਾਲੇ, ਕਹਿੰਦੇ ਬਹੁਤਾ ਬੋਲਣਾ ਨਹੀਂ, ਅਸੀਂ ਚੁੱਪ ਰਹਿਣਾ, ਮੌਨ ਧਾਰਨ ਵਾਲੇ। ਪਾਤਸ਼ਾਹ ਕਹਿੰਦੇ ਚੁੱਪ ਕਿੱਥੋਂ ਹੋ ਜਾਏਗਾ? ਤੇਰੇ ਅੰਦਰ ਤਾਂ ਚੁੱਪ ਹੋਇਆ ਨਹੀਂ, ਬਾਹਰੋਂ ਚੁੱਪ ਹੋਣ ਦਾ ਕੀ ਫਾਇਦਾ? ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇੱਕ ਸਾਧੂ ਆਇਆ। ਉਹ ਸੰਗਤ ਵਿੱਚ ਆ ਕੇ ਬੈਠਣ ਲੱਗਿਆ, ਸੰਗਤਾਂ ਵਿੱਚ ਵਿਚਰਨ ਲੱਗਿਆ, ਪਰ ਗੱਲ ਨਾ ਕਿਸੇ ਨਾਲ ਕਰੇ, ਬੋਲੇ ਹੀ ਨਾ। ਤੇ ਗੁਰਸਿੱਖ ਕਹਿਣ ਲੱਗੇ, ਮਹਾਰਾਜ ਇਹ ਸਾਧੂ ਬੜਾ ਚੁੱਪ ਰਹਿੰਦਾ ਹੈ। ਇਹ ਕਹਿੰਦਾ ਵੀ ਚੁੱਪ ਰਹਿਣਾ ਚਾਹੀਦਾ, ਬੰਦੇ ਨੂੰ ਬਾਹਲਾ ਬੋਲਣਾ ਨਹੀਂ ਚਾਹੀਦਾ। ਪਰ ਬਾਣੀ ਕਹਿੰਦੀ ਹੈ, ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਸ ਸੁਣੀਆ ਕਿਸ ਕਹੀ ਹੈ। ਬਾਬਾ ਜੀ ਕਹਿੰਦੇ ਯਾਰ ਬਾਬੇ ਨਾਨਕ ਦੀ ਜਿਹੜੀ ਗੱਲ ਹੈ ਉਹਨੂੰ ਕੌਣ ਕੱਟ ਸਕਦਾ ਹੈ? ਚੁੱਪ ਹੈ ਚੁੱਪ ਨਾ ਹੋਵੀ, ਜੇ ਲਾਏ ਰਹਾ ਲਿਵਤਾਰ। ਇਹਨੇ ਬਾਹਰੀ ਤੌਰ ਤੇ ਚੁੱਪ ਹੋਇਆ, ਅੰਦਰ ਬਹੁਤ ਫੁਰਨੇ ਚੱਲਦੇ ਆ। ਮਹਾਰਾਜ ਪ੍ਰਗਟ ਕਰਕੇ ਦਿਖਾਓ। ਤੇ ਪਾਤਸ਼ਾਹ ਕਹਿਣ ਲੱਗੇ ਠੀਕ ਆ। ਦੂਜੇ ਦਿਨ ਉਹ ਸਾਧੂ ਜਦ ਸੰਗਤ ਵਿੱਚ ਬੈਠਾ ਸੀ ਤੇ ਸਤਿਗੁਰਾਂ ਨੇ ਇੱਕ ਸਿੱਖ ਨੂੰ ਸੱਦਿਆ। ਕਹਿਣ ਲੱਗੇ ਵੀ ਐਂ ਕਰ, ਇਹਨੂੰ ਘਰੇ ਲੈ ਜਾ ਸਾਧੂ ਜੀ ਨੂੰ, ਔਰ ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰੀ, ਹੱਥ ਪੈਰ ਧੋਈ, ਪਹਿਲਾਂ 5 ਇਸ਼ਨਾਨਾਂ ਕਰਾਈ, ਔਰ ਫਿਰ ਇਹਨਾਂ ਨੂੰ ਵਧੀਆ ਸਬਜ਼ੀ ਬਣਾ ਕੇ, ਵਧੀਆ ਖੀਰ ਕੜਾਹ ਆਦਿ ਭੋਜਨ ਤਿਆਰ ਕਰਕੇ ਛਕਾਉਣਾ ਕਰੀ। ਫਿਰ ਇਸ ਨੂੰ ਘੱਟੋ ਘੱਟ 25 ਰੁਪਏ ਦਰਸ਼ਨੀ ਭੇਟਾ ਦੇਈ। ਸਿੱਖ ਕਹਿਣ ਲੱਗਿਆ ਜੀ ਠੀਕ ਆ। ਤੇ ਜਦੋਂ ਸਿੱਖ ਲਿਜਾਣ ਲੱਗਿਆ ਉਹ ਸਾਧੂ ਨੂੰ ਆਪਣੇ ਘਰ, ਤੇ ਕੁਦਰਤੀ ਸਤਿਗੁਰਾਂ ਨੇ ਉਹਨੂੰ ਇਕੱਲੇ ਨੂੰ ਫਿਰ ਬੁਲਾ ਲਿਆ। ਕਹਿੰਦੇ ਵੀ ਤੂੰ ਘਰੇ ਤਾਂ ਲੈ ਜਾ, ਤੂੰ ਕੁਛ ਨਹੀਂ ਕਰਨਾ, ਨਾ ਕੋਈ ਹੱਥ ਪੈਰ ਧੋਣੇ ਆ, ਬਸ ਲਿਜਾ ਕੇ ਕੱਪੜਾ ਵਿਛਾ ਕਰਕੇ ਇਹਨੂੰ ਪ੍ਰਸ਼ਾਦਾ ਛਕਾ ਦੀ, ਜਿਹੋ ਜਿਹਾ ਘਰੇ ਬਣਿਆ, ਕੋਈ ਦਰਸ਼ਨੀ ਭੇਟਾ ਨਾ ਦੇਈ। ਗੁਪਤ ਗੱਲ ਪਾਤਸ਼ਾਹ ਨੇ ਉਹਨੂੰ ਇਹ ਕਹਿ ਦਿੱਤੀ। ਤੇ ਸਿੱਖ ਉਹਨੂੰ ਘਰੇ ਲੈ ਗਿਆ, ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਉਵੇਂ ਵਰਤਿਆ। ਜੋ ਘਰੇ ਦਾਲ ਪਾਣੀ ਬਣਿਆ ਸੀ ਉਹੀ ਪ੍ਰਸ਼ਾਦਾ ਉਹਨੂੰ ਛਕਾ ਕੇ ਤੇ ਮੋੜ ਲਿਆਇਆ। ਪਾਤਸ਼ਾਹ ਕਹਿੰਦੇ ਹਾਂ ਵੀ ਸਿੱਖਾ ਚੰਗੀ ਤਰ੍ਹਾਂ ਸੇਵਾ ਕੀਤੀ। ਦਰਸ਼ਨੀ ਭੇਟਾ ਵੀ ਉਹਨੂੰ ਕਹਿਤਾ ਵੀ ਨਹੀਂ ਦੇਣੀ, ਉਹ ਵੀ ਕਹਿੰਦੇ ਨਾ ਦਿੱਤੀ। ਤੇ ਜਦੋਂ ਪਾਤਸ਼ਾਹ ਨੇ ਉਹਦੇ ਸਾਹਮਣੇ ਪੁੱਛਿਆ, ਕਹਿੰਦਾ ਹਾਂ ਜੀ ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਕੀਤਾ। ਤੇ ਸਾਧੂ ਬੋਲ ਉੱਠਿਆ, ਕਹਿੰਦਾ ਸਿੱਖ ਤੁਹਾਡਾ ਝੂਠ ਬੋਲਦਾ, ਨਾ ਇਹਨੇ ਮੈਨੂੰ ਕੋਈ ਜਲ ਪਾਣੀ ਛਕਾਇਆ ਚੱਜ ਨਾਲ, ਨਾ ਕੋਈ ਖੀਰ ਕੜਾਹ ਬਣਾਇਆ, ਨਾ ਇਹਨੇ ਮੈਨੂੰ ਕੋਈ ਦਰਸ਼ਨੀ ਭੇਟਾ ਦਿੱਤੀ ਹੈ, ਤੁਹਾਡੇ ਸਾਹਮਣੇ ਝੂਠ ਬੋਲਦਾ ਹੈ। ਪਾਤਸ਼ਾਹ ਹੱਸ ਪਏ, ਕਹਿੰਦੇ ਤੂੰ ਤਾਂ ਚੁੱਪ ਰਹਿਣ ਵਾਲਾ ਬੰਦਾ ਸੀ ਯਾਰ, ਤੂੰ ਅੱਜ ਕਿਉਂ ਇੰਨਾ ਭੜਕ ਗਿਆ?
ਭਾਵ ਇਹੋ ਜਿਹੀਆਂ ਅਨੇਕਾਂ ਹੀ ਕਹਾਣੀਆਂ, ਜਿਵੇਂ ਸਤਿਗੁਰਾਂ ਦੀ ਹਜ਼ੂਰੀ 'ਚ ਇੱਕ ਸਾਧ ਆਉਂਦਾ ਹੈ, ਸ਼ਾਂਤੀ ਦਾਸ, ਸਰੀਰ ਤੇ ਸਵਾਹ ਮਲੀ ਹੋਈ ਹੈ, ਤੇ ਗੁਰੂ ਪਿਆਰੋ ਸਤਿਗੁਰਾਂ ਦਾ ਇੱਕ ਸੇਵਕ ਹੈ ਸੁਥਰੇ ਸ਼ਾਹ, ਜਿਹੜਾ ਛੇਵੇਂ ਪਾਤਸ਼ਾਹ ਨੂੰ ਜੰਗਲਾਂ ਵਿੱਚੋਂ ਮਿਲਿਆ ਸੀ, ਨਵ ਜਨਮਿਆ ਬੱਚਾ, ਜਿਸ ਦੀ ਪਾਲਣਾ ਪੋਸ਼ਣਾ ਛੇਵੇਂ ਪਾਤਸ਼ਾਹ ਨੇ ਕੀਤੀ ਸੀ। ਤੇ ਉਹ ਵੱਡਾ ਹੁੰਦਾ ਹੁੰਦਾ ਅੱਜ 10ਵੇਂ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਵੀ ਸੇਵਾ ਕਰ ਰਿਹਾ ਹੈ। ਤੇ ਉਹ ਜਿਹੜਾ ਸਾਧ ਦੇ ਪਿੰਡੇ ਤੇ ਸਵਾਹ ਮਲੀ ਸੀ, ਤੇ ਸੁਥਰੇ ਸਾਹ ਦਾ ਸੁਭਾਅ ਬੜਾ ਹੋਰ ਹਿਸਾਬ ਦਾ ਸੀ। ਉਹ ਕਈ ਗੱਲਾਂ ਬੜੀਆਂ ਗਿਆਨ ਵਾਲੀਆਂ ਗੱਲਾਂ 'ਚ ਹੀ ਸੁਣਾ ਜਾਂਦਾ। ਕਹਿੰਦੇ ਉਹ ਸੁਥਰੇ ਸ਼ਾਹ ਉਹ ਸਾਧ ਦੇ ਮਗਰ ਬਹਿ ਗਿਆ, ਕਦੇ ਉਹਦੇ ਮੋਢੇ ਤੇ ਹੱਥ ਲਾਉਂਦਾ, ਕਦੇ ਸੱਜੇ ਮੋਢੇ ਤੇ। ਉਹ ਸਾਧ ਪਿੱਛੇ ਹੋ ਕੇ ਵੇਖਦਾ ਤਰਬਕ ਕੇ, ਉਹ ਹੱਥ ਪਾਸੇ ਕਰ ਲੈਂਦਾ, ਕਦੇ ਖੱਬੇ ਮੋਢੇ ਤੇ ਲਾਉਂਦਾ ਜਿੱਥੇ ਜਿੱਥੇ ਉਹਦੀ ਸਵਾਹ ਮਲੀ ਹੋਈ ਆ। ਉਹ ਸਾਧ ਉਹਦੇ ਨਾਲ ਲੜਨ ਲੱਗਿਆ। ਪਾਤਸ਼ਾਹ ਕਹਿੰਦੇ ਕੀ ਹੋ ਗਿਆ? ਕਹਿੰਦੇ ਆ ਤੁਹਾਡਾ ਸਿੱਖ ਆ ਜਿਹੜਾ ਹਟਦਾ ਨਹੀਂ ਗਾ, ਮੈਨੂੰ ਟਿਕ ਕੇ ਬੈਠਣ ਨਹੀਂ ਦਿੰਦਾ। ਉਹ ਫੇਰ ਨਾ ਹਟਿਆ, ਉਹਨੇ ਫੇਰ 5-7 ਵਾਰੀ ਇਸੇ ਤਰ੍ਹਾਂ ਜਦ ਕੀਤਾ, ਤੇ ਸਾਧ ਡੰਡਾ ਲੈ ਕੇ ਮਗਰ ਪੈ ਗਿਆ, ਤੇ ਸੁਥਰਾ ਭੱਜਿਆ। ਭੱਜ ਕੇ ਗੁਰੂ ਸਾਹਿਬ ਦੇ ਕੋਲ ਵਗ ਗਿਆ। ਕਹਿੰਦੇ ਕੀ ਹੋ ਗਿਆ ਸੋਨੂੰ? ਸਾਧ ਕਹਿੰਦਾ ਜੀ ਆ ਤੁਹਾਡਾ ਸਿੱਖ ਹੈ ਸੁਥਰਾ, ਇਹ ਹਟਦਾ ਨਹੀਂ ਗਾ, ਮੇਰੇ ਬਾਰ-ਬਾਰ ਕਦੇ ਇੱਧਰ ਮੋਢੇ ਤੇ ਹੱਥ ਲਾਉਂਦਾ, ਕਦੇ ਇੱਧਰ ਲਾਉਂਦਾ, ਕਿਉਂ ਲਾਉਂਦਾ? ਪਾਤਸ਼ਾਹ ਕਹਿੰਦੇ ਸੁਥਰੇ ਐਂ ਕਿਉਂ ਕਰਦਾ ਹੈ? ਕਹਿੰਦਾ ਜੀ ਨਾਮ ਸ਼ਾਂਤੀ ਦਾਸ ਹੈ ਸਾਧੂ ਦਾ, ਔਰ ਪਿੰਡੇ ਤੇ ਸਵਾਹ ਮਲੀ ਹੋਈ ਹੈ। ਮੈਂ ਵੇਖਦਾ ਸੀ ਵਿੱਚ ਅੱਗ ਵੀ ਹੈ ਕਿ ਨਹੀਂ, ਇੱਥੇ ਤਾਂ ਭਾਂਬੜ ਮੱਚੀ ਜਾਂਦੇ ਆ, ਤੇ ਨਾ ਤਾਂ ਭਾਂਬੜ ਦਾਸ ਹੋਣਾ ਚਾਹੀਦਾ। ਕਹੋ ਸਤਨਾਮ ਸ੍ਰੀ। ਤੋ ਕਹਿਣ ਤੋਂ ਭਾਵ ਹੈ ਕਿ ਮਨ ਹੱਠ, ਜੇ ਕੋਈ ਹੱਠ ਯੋਗ ਦੇ ਨਾਲ ਰੱਬ ਨੂੰ ਪਾਉਣਾ ਚਾਹੇ ਤੇ ਕਦੇ ਨਹੀਂ ਪਾਇਆ ਜਾ ਸਕਦਾ। ਸਾਚ ਕਹੋ ਸੋ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਨ ਹੱਠ ਕਿਤੈ ਉਪਾਏ ਨਾ ਛੁੱਟੀਐ, ਸਿਮਰਤ ਸ਼ਾਸਤਰ ਸੋਧੋ ਜਾਏ। ਭਾਵੇਂ ਪੁਰਾਣੇ ਵੇਦਾਂ ਗ੍ਰੰਥਾਂ ਨੂੰ ਪੜ੍ਹ ਕੇ ਦੇਖ ਲਓ, ਉਹਨਾਂ ਵਿੱਚ ਵੀ ਇੱਦਾਂ ਦੀਆਂ ਕਹਾਣੀਆਂ ਤੁਹਾਨੂੰ ਮਿਲ ਜਾਣਗੀਆਂ। ਮਿਲ ਸੰਗਤ ਸਾਧੂ ਉਬਰੈ, ਗੁਰ ਕਾ ਸ਼ਬਦ ਕਮਾਏ। ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕੀਤੀ ਔਰ ਨਾਲ ਗੁਰ ਸ਼ਬਦ ਦੀ ਕਮਾਈ ਕੀਤੀ। ਕਮਾਈ ਬੜੀ ਜ਼ਰੂਰੀ ਹੈ ਨਾ। ਇੱਕ ਕਮਾਈ ਸਾਡੇ ਪੇਟ ਪਾਲਣ ਵਾਸਤੇ ਹੈ, ਸਰੀਰ ਵਾਸਤੇ ਹੈ, ਉਹ ਤਾਂ ਆਪਾਂ ਸਾਰੇ ਕਰਦੇ ਆ, ਕਿਉਂਕਿ ਜਾਨ ਬੜੀ ਪਿਆਰੀ ਹੈ, ਕਿਤੇ ਨਿਕਲ ਨਾ ਜਾਵੇ। ਪਰ ਇੱਕ ਆਤਮਕ ਕਮਾਈ ਹੈ, ਅਧਿਆਤਮਕ ਕਮਾਈ ਹੈ, ਉਹ ਮਨੁੱਖ ਘੱਟ ਹੀ ਕਰਦਾ। ਪਾਤਸ਼ਾਹ ਜੀ ਕਹਿੰਦੇ ਜਿੰਨਾ ਚਿਰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਬਖਸ਼ੇ ਸ਼ਬਦ ਦੀ ਕਮਾਈ ਨਹੀਂ ਕਰਦਾ, ਵਾਹਿਗੁਰੂ 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 ਆਦਿ, ਜਾਂ ਜੋ ਵੀ ਸਾਡੇ ਗੁਰੂਆਂ ਨੇ ਸਾਨੂੰ ਸ਼ਬਦ ਬਖਸ਼ਿਸ਼ ਕੀਤਾ ਹੈ, ਸਾਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਹਰੀ ਦੇ ਨਾਮ ਨੂੰ ਜਪਣਾ ਚਾਹੀਦਾ ਹੈ। ਜਿਹੜੇ ਜਪਦੇ ਹਨ, ਮਿਲ ਸੰਗਤ ਸਾਧੂ ਉਭਰੇ, ਉਹ ਬਚ ਜਾਂਦੇ ਹਨ। ਉਭਰਨਾ ਹੁੰਦਾ ਜਿਵੇਂ ਕਿਸੇ ਨੂੰ ਡੁੱਬਦੇ ਹੋਏ ਨੂੰ ਪਾਣੀ 'ਚੋਂ ਬਾਂਹ ਫੜ ਕੇ ਬਾਹਰ ਕੱਢ ਲਈਏ, ਜਾਂ ਜਿਵੇਂ ਕੋਈ ਮੱਚਦੀ ਅੱਗ 'ਚੋਂ ਭੱਜ ਕੇ ਬਾਹਰ ਨਿਕਲ ਜਾਵੇ, ਉਹਨੂੰ ਕਹਿੰਦੇ ਆ ਉਭਰਨਾ। ਕਹਿੰਦੇ ਉਹ ਉਭਰੇ ਭਾਵ ਬਚ ਗਏ, ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਦੇ ਹੋਏ ਪਰਮੇਸ਼ਰ ਦਾ ਸਿਮਰਨ ਕੀਤਾ। ਸਿੱਖੋ, ਹਰ ਕਾ ਨਾਮ ਨਿਧਾਨ ਹੈ। ਹਰੀ ਦਾ ਨਾਮ ਇੱਕ ਖਜ਼ਾਨਾ ਹੈ, ਬਹੁਤ ਮਹਾਨ। ਜਿਨ੍ਹਾਂ ਨੇ ਹਰੀ ਦੇ ਨਾਮ ਰੂਪੀ ਖਜ਼ਾਨੇ ਨੂੰ ਪ੍ਰਾਪਤ ਕੀਤਾ ਹੈ, ਜਿਸ ਅੰਤ ਨ ਪਾਰਾਵਾਰ, ਜਿਸ ਦਾ ਅੰਤ ਕੋਈ ਨਹੀਂ ਹੈ, ਬੇਅੰਤ ਹੈ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ। ਗੁਰਮੁਖ ਸੇਈ ਸੋ ਹੁੰਦੇ, ਜਿਨ ਕਿਰਪਾ ਕਰੇ ਕਰਤਾਰ। ਔਰ ਇਹ ਹਰੀ ਦੇ ਨਾਮ ਦਾ ਖਜ਼ਾਨਾ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਤੇ ਗੁਰੂ ਦੀ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ। ਜਿਵੇਂ ਕਿਸੇ ਬੱਚੇ ਤੇ ਮਾਂ ਤੇ ਪਿਓ ਰਲ ਕੇ ਕਿਰਪਾ ਕਰਦੇ ਹੈ। ਮਾਂ ਵੀ ਉਸ ਨੂੰ ਗਿਆਨ ਦਿੰਦੀ ਹੈ, ਚੰਗੇ ਭੋਜਨ ਬਣਾ ਕੇ ਖਵਾਉਂਦੀ ਹੈ, ਤੇ ਪਿਤਾ ਉਹ ਭੋਜਨ ਬਾਹਰੋਂ ਲਿਆ ਕੇ ਦਿੰਦਾ ਘਰ ਵਿੱਚ।
ਪਿਤਾ ਸਾਰਾ ਖਾਣ ਪੀਣ ਦਾ ਸਮਾਨ ਰਾਸ਼ਨ ਆਦਿ ਬਾਹਰੋਂ ਲਿਆ ਕੇ ਦਿੰਦਾ ਤੇ ਮਾਂ ਬਣਾ ਕੇ ਛਕਾਉਂਦੀ ਹੈ। ਤੇ ਇਸ ਤਰ੍ਹਾਂ ਉਸੇ ਤਰ੍ਹਾਂ ਹੀ ਗੁਰੂ ਤੇ ਪਰਮੇਸ਼ਰ ਦੋਨੇ ਇਹ ਵੀ ਰਲ ਕੇ ਕਿਰਪਾ ਕਰਦੇ ਆ। ਦੇਖੋ, ਪਰਮੇਸ਼ਰ ਦੀ ਕਿਰਪਾ ਨਾਲ ਆਪਾਂ ਮਨੁੱਖ ਬਣੇ ਆ। ਇਹ ਪਹਿਲਾਂ ਪਰਮੇਸ਼ਰ ਨੇ ਕਿਰਪਾ ਕੀਤੀ ਕਿ ਸਾਨੂੰ ਮਾਨਸ ਜਾਮਾ ਪ੍ਰਾਪਤ ਹੋਇਆ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈਐ, ਦੇਹੋ ਦਰਸ ਹਰ ਰਾਇਆ। ਪਰਮੇਸ਼ਰ ਨੇ ਕਿਰਪਾ ਕਰਕੇ ਸਾਨੂੰ ਮਨੁੱਖ ਬਣਾਇਆ ਕਿ ਇਹ ਜੀਵ ਨੂੰ ਭਟਕਦੇ ਨੂੰ ਬਹੁਤ ਸਮਾਂ ਹੋ ਗਿਆ, ਹੁਣ ਘਰੇ ਆ ਜਾਵੇ। ਪਹਿਲੀ ਕਿਰਪਾ ਸਾਨੂੰ ਮਨੁੱਖ ਬਣਾਇਆ। ਦੂਜੀ ਕਿਰਪਾ ਸਾਡੇ ਤੇ ਕੀਤੀ ਕਿ ਅਸੀਂ ਨਾਮ ਜਪਣ ਵਾਲਿਆਂ ਦੇ, ਗੁਰੂ ਕੇ ਸਿੱਖਾਂ ਦੇ ਘਰੇ ਪੈਦਾ ਕੀਤਾ। ਇਹ ਵੀ ਉਹਦੀ ਕਿਰਪਾ। ਸਿੱਖਾਂ ਦੇ ਘਰੇ ਤਾਂ ਬਹੁਤ ਪੈਦਾ ਹੋਏ ਆ, ਸਾਰੀ ਦੁਨੀਆ ਸਿੰਘ ਸ਼ਬਦ ਕਹਾਉਂਦੀ ਹੈ, ਬਹੁਤ ਪੰਜਾਬ ਦੇ ਲੋਕ। ਪਰ ਉਹਨਾਂ ਵਿੱਚੋਂ ਕੁਝ ਤੇ ਕਿਰਪਾ ਕੀਤੀ ਜਿਹੜੇ ਗੁਰੂ ਘਰ ਦੇ ਨਾਲ ਜੁੜ ਗਏ, ਜਿਹੜੇ ਗੁਰੂ ਚਰਨਾਂ ਵਿੱਚ ਆਉਣ ਲੱਗੇ। ਇਹ ਉਹਨਾਂ ਤੇ ਕਿਰਪਾ। ਹੁਣ ਇੱਥੇ ਵੀ ਬਹੁਤ ਆਉਂਦੇ ਹੈ। ਇਹਨਾਂ ਬਹੁਤ ਆਉਣ ਵਾਲਿਆਂ ਵਿੱਚੋਂ ਜਿਨ੍ਹਾਂ ਨੇ ਗੁਰੂ ਨਾਨਕ ਦੇ ਮੈਥੜ ਨੂੰ ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਅਮਰ ਦੀ ਦਾਤ ਪ੍ਰਾਪਤ ਕਰ ਲਈ, ਜਿਨ੍ਹਾਂ ਨੂੰ ਗੁਰੂ ਮਿਲ ਗਿਆ। ਜਿਵੇਂ ਪੰਜਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਪਰਮੇਸ਼ਰ ਮੈਂ ਤੇਰੀ ਕੀਤੇ ਦਾ ਚੁਕਾ ਨਹੀਂ ਸਕਦਾ ਰਿਣ, ਤੇਰਾ ਕੀਤਾ ਜਾਤੋ ਨਾਹੀ ਮੈਨੂੰ, ਜੋ ਕੀਤੋ ਹੀ ਮੈਂ ਤੇਰੇ ਕੀਤੇ ਦਾ ਰਿਣ ਕਿਵੇਂ ਚੁਕਾਵਾਂ। ਕਿ ਮੈਨੂੰ ਇਸ ਜੋਗ ਸਮਝਿਆ। ਭਾਵ ਉਹ ਇਹ ਲਿਖਦੇ ਹਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਤੇ ਅਖੀਰ ਤੇ ਜਾ ਕੇ ਕਹਿੰਦੇ ਮੈਥੋਂ ਇਹ ਸੇਵਾ ਲਈ। ਹੁਣ ਇਸ ਦਾ ਦੂਸਰਾ ਅਰਥ ਇਹ ਵੀ ਕਰੀਏ ਕਿ ਇਹ ਜੀਵ ਆਤਮਾ ਜਿਹੜੀ ਆ ਮਨੁੱਖਾਂ ਦੇ ਚੋਲੇ 'ਚ ਫਿਰਦੀ ਹੈ, ਇਹਨੂੰ ਜੋਗ ਸਮਝਿਆ ਮਨੁੱਖ ਬਣਾਉਣ ਦੇ। ਨਹੀਂ ਤਾਂ ਟੇਢੀਆਂ ਜੂਨਾਂ ਵਾਲੇ ਜਾਨਵਰ ਵੀ ਫਿਰਦੇ ਆ ਨਾ, ਭੁੱਖੇ ਮਰਦੇ ਆ ਵਿਚਾਰੇ। ਅਵਾਰਾ ਪਸ਼ੂ ਸੜਕਾਂ 'ਤੇ ਫਿਰਦੇ ਆ, ਕੁੱਤੇ ਫਿਰਦੇ ਆ, ਹੋਰ 84 ਲੱਖ ਜੂਨ ਫਿਰਦੀ ਆ। ਪਰ ਤੁਹਾਨੂੰ ਜੋਗ ਸਮਝਿਆ ਤੇ ਬੰਦੇ ਬਣਾਤਾ। ਕੋ ਸਤਨਾਮ ਸ੍ਰੀ ਤੇਰਾ ਕੀਤਾ ਜਾਤੋ ਨਾਹੀ ਮੈਨੂੰ, ਜੋਗ ਕੀਤੋ ਹੀ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਇਹ ਮਨੁੱਖਾ ਜੀਵਨ ਕੋਈ ਰਿਸ਼ਵਤ ਦੇ ਕੇ ਤਾਂ ਨਹੀਂ ਨਾ ਮਿਲਦਾਗਾ, ਇਹ ਤਾਂ ਉਹਦੀ ਦਇਆ ਨਾਲ ਮਿਲਿਆ। ਉਹਦੀ ਕਿਰਪਾ ਦੇ ਨਾਲ ਉਹਨੂੰ ਦਇਆ ਆਈ ਸਾਡੇ ਤੇ ਸਾਨੂੰ ਉਹਨੇ ਮਨੁੱਖਾ ਜਾਮਾ ਦੇ ਦਿੱਤਾ। ਮਨੁੱਖ ਮਾਤਾ ਪਿਤਾ ਦੇ ਪੇਟ ਵਿੱਚ ਭੇਜ ਦਿੱਤਾ, ਇਹਨਾਂ ਦੇ ਘਰ 'ਚ ਭੇਜ ਦਿੱਤਾ। ਇਹ ਉਹਦੀ ਦਇਆ ਹੋਈ। ਤੇਰਾ ਕੀਤਾ ਜਾਤੋ ਨਾਹੀ ਮੈਨੂੰ, ਜੋ ਕੀਤੋ ਹੀ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਮੇਰੇ 'ਚ ਗੁਣ ਤਾਂ ਕੋਈ ਨਹੀਂ ਸੀ, ਪਤਾ ਨਹੀਂ ਤੂੰ ਕਿਵੇਂ ਮਨੁੱਖ ਬਣਾ ਦਿੱਤਾ ਦਇਆ ਕਰਕੇ। ਕਈ ਵਾਰੀ ਕਿਸੇ ਮੰਗਤੇ ਨੂੰ ਦਇਆ ਕਰਕੇ ਆਪਾਂ ਕੋਈ ਖਾਣ ਪੀਣ ਨੂੰ ਸਮਾਨ ਦੇ ਦਈਏ ਤੇ ਆਪਾਂ ਉਹਦੇ ਗੁਣ ਵੇਖ ਕੇ ਨਹੀਂ ਦਿੰਦੇ, ਔਗਣ ਵੇਖ ਕੇ ਨਹੀਂ ਦਿੰਦੇ। ਉੱਦਾਂ ਹੀ ਸਾਡੇ ਅੰਦਰ ਦਇਆ ਆਈ ਤੇ ਦੇਤਾ। ਕੋ ਸਤਨਾਮ ਸੀ। ਪਰਮੇਸ਼ਰ ਦੇ ਅੰਦਰ ਵੀ ਦਇਆ ਆਈ ਕਿ ਚਲੋ ਬਹੁਤ ਚਿਰ ਹੋ ਗਿਆ ਭਟਕਦੇ ਨੂੰ, ਇਹਨੂੰ ਹੁਣ ਇੱਕ ਚਾਂਸ ਦੇਈਏ, ਸਮਾਂ ਦੇਈਏ, ਮਨੁੱਖ ਬਣਾਈਏ। ਜੇ ਘਰੇ ਆ ਜੇ ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ। ਅਬਦਾ ਭਈ ਬਤੀਤ ਸਮਾਂ ਮਿਲਿਆ ਸਾਨੂੰ। ਮੈਨੂੰ ਜੋ ਕੀਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਫਿਰ ਦਇਆ ਹੋਈ, ਤਰਸ ਹੋਇਆ ਤੇ ਆਪਾਂ ਨੂੰ ਗੁਰੂ ਨਾਨਕ ਵਰਗਾ ਗੁਰੂ ਮਿਲਾਤਾ। ਜਾਂ ਗੁਰੂ ਨਾਨਕ ਦੇ ਪਿਆਰਿਆਂ ਦੀ ਸੰਗਤ ਬਖਸ਼ੀ। ਸਹੀ ਪਿਆਰਿਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ, ਤਾਂ ਆਪਾਂ ਨੂੰ ਗੁਰੂ ਕੋਲੇ ਮਿਲਾਤਾ, ਗੁਰੂ ਨਾਲ ਮਿਲਾਤਾ। ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਹੁਣ ਅੱਗੇ ਤੁਸੀਂ ਇੱਥੇ ਆ ਗਏ ਨਾ, ਹੁਣ ਮੰਗਣਾ ਤੁਸੀਂ ਹੈ, ਅਗਲਾ ਕੰਮ ਤੁਹਾਡਾ ਹੈ। ਝੋਲੀ ਤੁਸੀਂ ਕਰਨੀ ਆ, ਬੁੱਕ ਤੁਸੀਂ ਕਰਨਾ ਤੇ ਮੰਗਣਾ ਕੀ ਹੈ? ਨਾਨਕ ਨਾ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਹੁਣ ਇੱਥੇ ਤਾਂ ਫਿਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਇਹ ਤਾਂ ਸਭ ਕੁਝ ਲੈ ਕੇ ਬੈਠਾ। ਹੁਣ ਤੁਹਾਡਾ ਭਾਂਡਾ ਕਿਹੋ ਜਿਹਾ, ਤੁਸੀਂ ਮੰਗਦੇ ਕੀ ਹੋ, ਤੁਹਾਡੇ ਦਿਮਾਗ ਕਿਹੋ ਜਿਹੇ ਆ, ਤੁਹਾਡੀ ਸੁਰਤ ਕਿਹੋ ਜਿਹੀ ਹੈ, ਤੁਹਾਡੀ ਸੋਚ ਕਿਹੋ ਜਿਹੀ ਹੈ। ਜਿਹੋ ਜਿਹਾ ਤੁਹਾਡਾ ਭਾਂਡਾ ਉਹੋ ਜਿਹੀ ਵਸਤੂ ਮਿਲ ਜੂਗੀ। ਜੇ ਆਹ ਸਤਿਗੁਰ ਕਰ ਜਾਣੇ ਆ ਤੇਹੋ ਜਿਹਾ ਸੁੱਖ ਹੋਏ, ਜਿਹੋ ਜਿਹਾ ਗੁਰੂ ਨੂੰ ਸਮਝੋਗੇ ਉਹੋ ਜਿਹੀ ਤੁਹਾਨੂੰ ਵਾਪਸੀ ਮਿਲ ਜੂਗੀ।
ਜਿਵੇਂ ਭਾਈ ਬਾਲਾ ਜੀ ਜਦ ਗੁਰੂ ਅੰਗਦ ਦੇਵ ਜੀ ਨੂੰ ਦੁਬਾਰਾ ਮਿਲੇ ਨਾ, ਤਾਂ ਉਹ ਪੁੱਛਦੇ ਆ, ਮਹਾਰਾਜ ਅਸੀਂ ਵੀ ਬਚਪਨ ਤੋਂ ਗੁਰੂ ਨਾਨਕ ਦੇਵ ਜੀ ਨਾਲ ਰਹੇ ਤੇ ਤੁਸੀਂ ਪਿਛਲੇ ਪਹਿਰੇ ਜੇ ਆਏ? ਕਹਿੰਦੇ ਹਾਂ। ਤੇ ਇਹ ਕੀ ਗੱਲ, ਸਾਨੂੰ ਉਹਨਾਂ ਨੇ ਇੱਕ ਸਿੱਖ ਬਣਾਇਆ ਤੇ ਆਪ ਜੀ ਨੂੰ ਗੁਰੂ ਬਣਾ ਦਿੱਤਾ। ਤੇ ਗੁਰੂ ਅੰਗਦ ਦੇਵ ਜੀ ਕਹਿੰਦੇ, ਬਾਲਾ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਕੀ ਸਮਝਦੇ ਸੀ? ਕਹਿੰਦੇ ਜੀ ਅਸੀਂ ਉਹਨਾਂ ਨੂੰ ਸੰਤ ਮਹਾਂਪੁਰਸ਼ ਸਮਝਦੇ ਸੀ, ਬਹੁਤ ਮਹਾਨ। ਕਹਿੰਦੇ ਤੁਸੀਂ ਉਹਨਾਂ ਨੂੰ ਸੰਤ ਮਹਾਂਪੁਰਸ਼ ਸਮਝ, ਤੁਹਾਨੂੰ ਉਹਨਾਂ ਨੇ ਮਹਾਂਪੁਰਖ ਬਣਾ ਦਿੱਤਾ, ਸੰਤ ਬਣਾ ਦਿੱਤਾ। ਮੈਂ ਤਾਂ ਉਹਨਾਂ ਨੂੰ ਰੱਬ ਸਮਝਿਆ ਸੀਗਾ ਤੇ ਉਹਨਾਂ ਨੇ ਮੈਨੂੰ ਰੱਬ ਬਣਾ ਦਿੱਤਾ, ਆਪਦਾ ਹੀ ਰੂਪ ਦੇ ਦਿੱਤਾ। ਕੋ ਸਤਨਾਮ ਸ੍ਰੀ। ਇਸ ਕਰਕੇ ਜਿਹਾ ਗੁਰੂ ਨੂੰ ਸਮਝਾਂਗੇ। ਪ੍ਰੀਤਮ ਜੀ ਕਹਿੰਦੇ, ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਪਾਰਾਵਾਰ, ਗੁਰਮੁਖ ਸੇਈ ਸੋਹੰਦੇ ਜਿਨ ਕਿਰਪਾ ਕਰੇ ਕਰਤਾਰ। ਹੁਣ ਕਿਰਪਾ ਦੇ ਪਾਤਰ ਬਣਨਾ ਪੈਂਦਾ, ਫੇਰ ਹੀ ਕਿਰਪਾ ਹੁੰਦੀ ਆ। ਹਜ਼ਾਰਾਂ ਲੱਖਾਂ ਬੰਦਿਆਂ ਦਾ ਇਕੱਠ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਡੀ ਤਲਵਾਰ ਇੱਕ ਸੀਸ ਮੰਗਦੀ ਆ, ਉੱਠੋ ਕੋਈ ਸੂਰਮਾ ਆਪਣਾ ਸਿਰ ਦੇਵੇ ਜਿਹੜਾ ਮੈਂ ਵੱਢਣਾ। ਤਲਵਾਰ ਮੰਗਦੀ ਆ ਤਾਂ ਕੱਟੂਗੀ। ਸਿੱਖਾਂ ਦੇ ਵਿੱਚ ਇੱਕਦਮ ਗੁਰੂ ਪਿਆਰੋ ਚੁੱਪ ਛਾ ਗਈ। ਲੱਖਾਂ ਦੀ ਗਿਣਤੀ ਵਿੱਚ ਸੰਗਤ ਬੈਠੀ ਆ। 1699 ਦੀ ਵਿਸਾਖੀ ਤੇ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਔਰ ਇੱਕ ਵਾਰ ਸਾਰੇ ਚੁੱਪ ਛਾ ਗਈ ਵੀ ਆਹ ਕੀ, ਸਿਰ ਵੱਢਣਾ। ਦੂਜੀ ਵਾਰ ਫਿਰ ਕਹਿੰਦੇ ਪਾਤਸ਼ਾਹ, ਕਹਿੰਦੇ ਸਿੱਖੋ ਮੈਨੂੰ ਇੱਕ ਸਿਰ ਚਾਹੀਦਾ ਹੈ, ਮੇਰੀ ਤਲਵਾਰ ਹੁਣ ਸਿਰ ਮੰਗਦੀ ਆ। ਭਾਈ ਦਇਆ ਸਿੰਘ ਜੀ ਉੱਠੇ, ਮਾਰੇ ਗਲਤੀ ਹੋ ਗਈ, ਤੁਹਾਨੂੰ ਦੂਜੀ ਵਾਰ ਕਹਿਣਾ ਪਿਆ, ਮੇਰਾ ਸੀਸ ਹਾਜ਼ਰ ਹੈ। ਉਹਨੇ ਸਿਰ ਸਾਹਮਣੇ ਕਰਤਾ। ਪਾਤਸ਼ਾਹ ਜੀ ਨੇ ਕਹਿੰਦੇ ਸਟੇਜ ਤੇ ਲਿਜਾ ਕਰਕੇ ਕੱਟ ਦਿੱਤਾ। ਖੂਨ ਦੀ ਭਿੱਜੀ ਤਲਵਾਰ ਲੈ ਕੇ ਫਿਰ ਆ ਗਏ, ਕਹਿੰਦੇ ਇੱਕ ਹੋਰ ਚਾਹੀਦਾ। ਦੂਜਾ ਸਿੱਖ ਉੱਠਿਆ, ਜੀ ਹਾਜ਼ਰ ਹੈ, ਲਓ ਕੱਟ ਲਓ। ਉਹਨੂੰ ਬਾਹੋਂ ਫੜਿਆ, ਸਟੇਜ ਤੇ ਲਗੇ, ਕੱਟ ਦਿੱਤਾ। ਔਰ ਜਦੋਂ ਦੋ ਸਿੱਖਾਂ ਦੇ ਸਿਰ ਕੱਟੇ ਤੇ ਸੈਂਕੜੇ ਲੋਕ ਉੱਠ ਕੇ ਪਿਛਾਹਾਂ ਨੂੰ ਜਾਣ ਲੱਗੇ ਵੀ ਆਹ ਕੀ ਹੋ ਗਿਆ। ਲੱਗਦਾ ਜਿੱਦਾਂ ਦੀ ਗੁਰੂ ਸਾਹਿਬ ਨੇ ਉਹ ਦੇਵੀ ਵਾਲੀ ਘਟਨਾ ਘਟਾਈ ਆ ਨਾ, ਉਦੋਂ ਦਾ ਇਹਨਾਂ ਨੂੰ ਕੁਛ ਹੋ ਗਿਆ। ਕਹਿੰਦੇ ਇੱਕ ਹੋਰ ਚਾਹੀਦਾ। ਫਿਰ ਤਾਂ ਕੁਝ ਮਸੰਦ ਘਰੇ ਗਏ, ਮਾਤਾ ਗੁਜਰੀ ਜੀ ਨੂੰ ਕਹਿੰਦੇ, ਮਾਤਾ ਜੀ ਜਾ ਕੇ ਸਮਝਾਓ ਲਾਲ ਨੂੰ, ਉਹ ਤਾਂ ਸਿੱਖਾਂ ਦੇ ਸਿਰ ਵੱਢਣ ਲੱਗਿਆ ਪਿਆ। ਵਾਰੀ ਵਾਰੀ ਸੱਦੀ ਜਾਂਦਾ ਤੇ ਵੱਢੀ ਜਾਂਦਾ। ਮਾਤਾ ਜੀ ਨੂੰ ਪਤਾ ਸੀਗਾ ਕਿ ਮੇਰੇ ਲਾਲ ਦਾ ਕੋਈ ਕੌਤਕ ਹੈ। ਤਾਂ ਹੁਣ ਕਿਰਪਾ ਕਿਹਨਾਂ ਤੇ ਹੋਈ? ਜਿਨ੍ਹਾਂ ਨੇ ਸਿਰ ਦਿੱਤਾ, ਉਹਨਾਂ ਪੰਜਾਂ ਤੇ ਕਿਰਪਾ ਹੋਈ। ਤੇ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਇਹ ਮੇਰੇ ਪੰਜ ਪਿਆਰੇ ਆ। ਜਦੋਂ ਬਾਅਦ ਵਿੱਚ ਉਹਨਾਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜੇ ਬਾਣੀਆਂ ਪੜ੍ਹ ਕੇ ਆਪਣੀ ਕਿਰਪਾ ਦ੍ਰਿਸ਼ਟੀ ਪਾ ਕੇ ਗੁਰਮੁਖ ਸੇਈ ਉਭਰੇ, ਗੁਰਮੁਖ ਸੇਈ ਸੋਹੰਦੇ ਜਿਨ ਕਿਰਪਾ ਕਰੇ ਕਰਤਾਰ। ਸੋਹਣੇ ਲੱਗਦੇ ਆ ਉਹ ਜਿਨ੍ਹਾਂ ਤੇ ਪਰਮੇਸ਼ਰ ਦੀ ਗੁਰੂ ਦੀ ਕਿਰਪਾ ਹੋ ਜਾਂਦੀ ਆ। ਕਿਵੇਂ? ਉਹ ਚੂਲਾ ਅਮਰ ਦਾ ਉਹਨਾਂ ਦੇ ਮੁਖ ਵਿੱਚ ਪਾ ਕੇ ਔਰ ਸਿਰਾਂ ਨੂੰ ਧੜਾਂ ਦੇ ਕੋਲ ਧਰ ਕੇ, ਫਿਰ ਇਹ ਵੀ ਨਹੀਂ ਪਤਾ ਕਿਹਦਾ ਧੜ ਕਿਹਦੇ ਸਿਰ ਨਾਲ ਜੁੜ ਗਿਆ, ਔਰ ਧੜਾਂ ਨੂੰ ਸਿਰਾਂ ਦੇ ਕੋਲ ਧਰ ਕੇ ਜਦ ਮੁਖ ਵਿੱਚ ਜਲ ਪਾਇਆ, ਅੰਮ੍ਰਿਤ ਵਾਟਾ ਪਾਇਆ ਤੇ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜੇ ਸਿੱਖ ਦੁਆਰਾ ਸਰਜੀਤ ਕਰ ਲਏ, ਸਤਿਗੁਰ ਮੇਰਾ ਮਾਰ ਜਵਾਲੇ ਸ਼ਕਤੀ ਰੱਖਦਾ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਔਰ ਫਿਰ ਪੰਜਾਂ ਨੂੰ ਇੱਕੋ ਜਿਹੇ ਸੁਨਹਿਰੀ ਨਵੇਂ ਬਾਣੇ ਪਹਿਨਾ ਕਰਕੇ ਜਦ ਸਟੇਜ ਤੇ ਖੜੇ ਕੀਤਾ, ਫਿਰ ਸਾਰੇ ਹੈਰਾਨ ਹੋ ਗਏ ਵੀ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਇਹਨਾਂ ਨੂੰ ਵੱਢ ਦਿੱਤਾ ਸੀ, ਦੁਬਾਰਾ ਫਿਰ ਜਿਉਂਦੇ ਕਰ ਲਿਆ ਤਾਂ ਬੜੇ ਸੋਹਣੇ ਲੱਗਦੇ ਆ। ਹੁਣ ਕੁਝ ਲੋਕ ਉੱਠ ਕੇ ਸਾਹਮਣੇ ਸਟੇਜ ਤੇ ਆਏ, ਜੀ ਸਾਡੇ ਸਿਰ ਵੀ ਵੱਢ ਲਓ, ਸਾਨੂੰ ਵੀ ਇਹਨਾਂ ਵਰਗੇ ਬਣਾ ਦਿਓ। ਕਹਿੰਦੇ ਵੀ ਇਹਨਾਂ ਵਰਗੇ ਤਾਂ ਇਹੋ ਹੀ ਆ। ਕਹੋ ਸਤਨਾਮ ਸ੍ਰੀ। ਇਹ ਮੇਰੇ ਪਿਆਰੇ ਆ, ਤੁਸੀਂ ਇਹਨਾਂ ਤੋਂ ਅੰਮ੍ਰਿਤ ਲਓ
ਤੁਸੀਂ ਸਚਿਆਰੇ ਬਣੋ। ਸਚਿਆਰੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਤਾਂ ਮੇਰੇ ਪਿਆਰੇ ਆ ਜਿਨ੍ਹਾਂ ਨੇ ਮੇਰੀ ਗੱਲ ਮੰਨ ਕੇ ਸਿਰ ਤੱਕ ਦੇ ਦਿੱਤਾ। ਕੋਈ ਗੱਲ ਨਹੀਂ, ਤੁਹਾਡੇ ਵੀ ਸਿਰ ਕੱਟ ਲਵਾਂਗੇ, ਜੰਗਾਂ ਯੁੱਧਾਂ ਵਿੱਚ ਲੋੜ ਪੈਣੀ ਆ ਤੁਹਾਡੀ। ਹੁਣ ਤੁਸੀਂ ਅਮਰ ਦੀ ਦਾਤ ਪ੍ਰਾਪਤ ਕਰੋ, ਜਿਵੇਂ ਮੈਂ ਕਹਿਣਾ ਉਵੇਂ ਕਰੋ। ਫਿਰ ਉੱਥੇ ਗੁਰੂ ਪਿਆਰਿਓ ਹਜ਼ਾਰਾਂ ਲੋਕਾਂ ਨੇ ਇੱਕਦਮ ਅਮਰ ਦੀ ਦਾਤ ਪ੍ਰਾਪਤ ਕੀਤੀ, ਅੰਮ੍ਰਿਤ ਛਕਿਆ। ਉਹਨਾਂ 5 ਪਿਆਰਿਆਂ ਤੋਂ ਅੱਗੇ ਫਿਰ 5-5 ਦੇ 4 ਜਥੇ ਬਣਾ ਕੇ 20 ਸਿੱਖਾਂ ਨੇ, ਭਾਵ 4-5 ਜਥਿਆਂ ਨੇ ਰਲ ਕੇ ਫਿਰ ਉਹ ਸਾਰੀ ਸੰਗਤ ਨੂੰ ਅੰਮ੍ਰਿਤ ਛਕਾਇਆ, ਬਾਟਾ ਤਿਆਰ ਕਰਵਾ ਕੇ ਸਤਿਗੁਰਾਂ ਨੇ। ਔਰ ਫਿਰ ਉਹਨਾਂ ਨੂੰ ਹੁਕਮ ਦਿੱਤੇ ਵੀ ਅੱਜ ਤੋਂ ਬਾਅਦ ਤੁਸੀਂ ਐਦਾਂ ਰਹਿਣਾ, ਕੇਸ ਨਹੀਂ ਕੱਟਣੇ, 5 ਕਕਾਰ ਧਾਰਨ ਕਰਕੇ ਰੱਖਣੇ ਆ, ਪਰ ਇਸਤਰੀ ਪਰ ਪੁਰਖ ਦਾ ਸੰਗਤ ਨਹੀਂ ਕਰਨੀ। ਔਰ ਇਸੇ ਤਰ੍ਹਾਂ ਹੀ ਜਿਹੜਾ ਹੈ ਰਹਿਤਾਂ ਬਹਿਤਾਂ ਸਤਿਗੁਰਾਂ ਨੇ ਦੱਸ ਕੇ ਸਿੱਖ ਸੰਗਤਾਂ ਨੂੰ ਇੱਕ ਨਵਾਂ ਮੋੜ ਦੇ ਦਿੱਤਾ, ਇੱਕ ਨਵੀਂ ਦਿਸ਼ਾ ਦੇ ਦਿੱਤੀ ਆਪਣੀ ਸੰਗਤ ਨੂੰ, ਜਿਸ ਨੂੰ ਅਸੀਂ ਸਿੱਖ ਕਹਿੰਦੇ ਸੀ, ਉਹਨਾਂ ਦਾ ਨਾਮ ਸਿੰਘ ਰੱਖ ਦਿੱਤਾ। ਫਿਰ ਤੋ ਇਸ ਕਰਕੇ ਜਿਹੜੇ ਸੋਹਦੇ ਆ ਕੌਣ? ਹਰੀ ਦਾ ਨਾਮ ਖਜ਼ਾਨਾ ਬੜਾ ਬੇਅੰਤ ਹੈ, ਜਿਸ ਦਾ ਅੰਤ ਨਹੀਂ ਹੈ। ਔਰ ਜਿਨ੍ਹਾਂ ਨੇ ਇਹਨੂੰ ਪ੍ਰਾਪਤ ਕਰ ਲਿਆ ਉਹ ਸੋਭਦੇ ਹੈ, ਸੋਹਣੇ ਲੱਗਦੇ ਹੈ। ਗੁਰਮੁਖ ਸੇਈ ਸੋਹੰਦੇ ਜਿਨ ਕਿਰਪਾ ਕਰੇ ਕਰਤਾਰ। ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ। ਔਰ ਇਹ ਨਾਮ ਦੀ ਦਾਤ ਕੇਵਲ ਤੇ ਕੇਵਲ ਗੁਰੂ ਤੋਂ ਮਿਲਣੀ ਆ, ਹੋਰ ਕਿਤੋਂ ਨਹੀਂ ਮਿਲਣੀ। ਸੰਸਾਰੀ ਤੌਰ ਤੇ ਜਿਹੜੀ ਵਸਤੂ ਜਿਹੜੀ ਬਾਜ਼ਾਰ ਚੋਂ ਮਿਲਣੀ ਆ ਉੱਥੋਂ ਹੀ ਮਿਲਣੀ ਆ ਨਾ। ਚਲੋ ਇੱਕ ਵਸਤੂ ਦੀਆਂ ਸੈਂਕੜੇ ਦੁਕਾਨਾਂ ਵੀ ਹੋ ਸਕਦੀਆਂ, ਪਰ ਅਮਰ ਦੀ ਦੁਕਾਨ ਹੋਰ ਕੋਈ ਨਹੀਂ। ਇਹ ਕੇਵਲ ਗੁਰੂ ਕੋਲੋਂ ਹੀ ਮਿਲਣਾ। ਭਾਵੇਂ ਕਿ ਦੁਨੀਆ ਵਿੱਚ ਬਹੁਤ ਬਣ ਬੈਠੇ ਆ, ਕੋਈ ਸ਼ੱਕ ਨਹੀਂ ਹੈ, ਪਰ ਇਹ ਨਾਮ ਦਾ ਦਾਤਾ ਇੱਕੋ ਹੀ ਹੈ, ਪਰਮੇਸ਼ਰ। ਤੇ ਪਰਮੇਸ਼ਰ ਦਾ ਦੂਸਰਾ ਰੂਪ ਸਤਿਗੁਰੂ। ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ। ਗੁਰ ਪ੍ਰਸਾਦੀ ਪਾਈ ਹੈ, ਕਰਮ ਪ੍ਰਾਪਤ ਹੋਏ ਵੱਡੇ ਭਾਗਾਂ ਦੇ ਨਾਲ। ਗੁਰੂ ਦੀ ਕਿਰਪਾ ਨਾਲ ਅਮਰ ਦੀ ਦਾਤ ਮਿਲਦੀ ਹੈ। ਤੇ ਜਦੋਂ ਤੁਸੀਂ ਆਪਣੇ ਆਪ ਨੂੰ ਕਿਰਪਾ ਦੇ ਪਾਤਰ ਬਣਾ ਲਿਆ, ਗੁਰਮਤਿ ਅਨੁਸਾਰ ਚੱਲਣਾ ਸ਼ੁਰੂ ਕੀਤਾ, ਆਪਣੇ ਜੀਵਨ ਨੂੰ ਬਦਲਣਾ ਸ਼ੁਰੂ ਕੀਤਾ, ਤੇ ਇੱਕ ਦਿਨ ਗੁਰੂ ਵੀ ਕਿਰਪਾ ਕਰਦਾ ਸਿੱਖ ਨੂੰ ਫਿਰ ਜਮਾਂ ਹੀ ਬਦਲ ਕੇ ਆਪਣਾ ਰੂਪ ਦੇ ਦਿੰਦਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹਾਂ ਸਰ ਸਰ ਸੰਗਾ। ਜਵਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਅਖੀਰ ਤੇ ਕਹਿੰਦੇ, ਸਤਿਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੇ ਆਪਣੇ ਜੀਵਨ ਦਾ ਵੀ ਇਹ ਨਿਚੋੜ ਹੈ, ਜਿਨ੍ਹਾਂ ਨੇ ਵੇਖਿਆ ਕਿ 65 ਸਾਲ ਦੀ ਉਮਰ ਤੱਕ ਮੇਰੇ ਅੰਦਰ ਕੋਈ ਸ਼ਕਤੀ ਨਹੀਂ ਸੀ ਆਈ, ਭਾਵੇਂ ਗੰਗਾ ਦੀ ਯਾਤਰਾ ਕਰਦਾ ਰਿਹਾ, ਪਰ ਜਦ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ 'ਚ ਆਇਆ ਤੇ ਮੇਰੇ ਜੀਵਨ 'ਚ ਬੜਾ ਬਦਲਾਅ ਆ ਗਿਆ। ਇਸ ਕਰਕੇ ਗੁਰੂ ਵਾਲੇ ਬਣੀਏ, ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਗੁਰੂ ਦੇ ਲੜ ਲੱਗੀਏ, ਔਰ ਗੁਰਮਤਿ ਅਨੁਸਾਰ ਚੱਲ ਕੇ ਆਪਣਾ ਜੀਵਨ ਬਦਲੀਏ। ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ। ਗੁਰ ਪ੍ਰਸਾਦੀ ਪਾਈ ਹੈ, ਕਰਮ ਪ੍ਰਾਪਤ ਹੋਏ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਆਪ ਜੀ ਦਾ ਸੰਗਤ ਵਿੱਚ ਆ ਕੇ ਬੈਠਣਾ ਵੀ ਤੁਹਾਡੇ ਵੱਡੇ ਭਾਗ ਆ, ਕਿਉਂਕਿ ਵੱਡੇ ਭਾਗਾਂ ਤੋਂ ਬਗੈਰ ਤਾਂ ਕੋਈ ਇੱਥੇ ਪਹੁੰਚ ਵੀ ਨਹੀਂ ਸਕਦਾ। ਵੱਡ ਭਾਗੀ ਸਤ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਗੁਰੂ ਕਿਰਪਾ ਕਰਨ ਆਪਣੇ ਤੇ, ਆਪਾਂ ਨੂੰ ਆਪਣੇ ਚਰਨਾਂ ਨਾਲ ਚੰਗੀ ਤਰ੍ਹਾਂ ਜੋੜ ਲੈਣ, ਨਾਮ ਦੀਆਂ ਦਾਤਾਂ ਅਮਰ ਦੀਆਂ ਦਾਤਾਂ ਦੇ ਕੇ ਨਿਵਾਜ ਲੈਣ, ਆਪਣਾ ਬਣਾ ਲੈਣ, ਤਾਂ ਕਿ ਸਾਡਾ ਮਨੁੱਖਾ ਜੀਵਨ ਸਫਲਾ ਹੋ ਜਾਵੇ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ।